ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਲਿਖਤ ਪੁਸਤਕ ਗੁਰਮਤਿ ਵਿਵੇਕ ਦੀ ਭੂਮਿਕਾ, ਜੋ ਕਿ ਡਾਕਟਰ ਤ੍ਰਿਲੋਚਨ ਸਿੰਘ ਜੀ ਵੱਲੋਂ ਲਿਖੀ ਗਈ ਹੈ। ਰਾਗ ਜਾਤ ਰਾਗੀ ਜਾਣੈ, ਬੈਰਾਗੈ ਬੈਰਾਗੀ ਜਾਣੈ, ਤਿਆਗੈ ਤਿਆਗੀ ਜਾਣੈ, ਦੀਨ ਦਇਆ ਦਾਨ ਹੈ। ਜੋਗ ਜੁਗਤ ਜੋਗੀ ਜਾਣੈ, ਭੋਗ ਰਸ ਭੋਗੀ ਜਾਣੈ, ਰੋਗ ਦੋਖ ਰੋਗੀ ਜਾਣੈ, ਪ੍ਰਗਟ ਬਖਾਨ ਹੈ। ਫੂਲ ਰਾਖ ਮਾਲੀ ਜਾਣੈ, ਪਾਨਹਿ ਤੰਬੋਲੀ ਜਾਣੈ, ਸਕਲ ਸੁਗੰਧਿਤ ਗੰਧ ਹੀ ਜਾਨੋ ਜਾਨ ਹੈ। ਰਤਨੈ ਜਵਹਾਰੀ ਜਾਣੈ, ਬਿਹਾਰੈ ਬਿਵਹਾਰੀ ਜਾਣੈ, ਆਤਮ ਪ੍ਰੀਖਿਆ ਕੋ ਵਿਵੇਕੀ ਪਹਿਚਾਨ ਹੈ। ਆਤਮ ਪ੍ਰੀਖਿਆ ਕੋ ਵਿਵੇਕੀ ਪਹਿਚਾਨ ਹੈ। ਭਾਈ ਗੁਰਦਾਸ ਜੀ ਕਵਿਤ ਸਵਈਏ। ਵਿਵੇਕ ਸੰਸਕ੍ਰਿਤ ਵਿਵੇਕ ਦੇ ਅਰਥ ਹਨ ਚੰਗੇ ਮਾੜੇ ਦੀ ਪਹਿਚਾਨ, ਸ਼ੁਭ ਅਸ਼ੁਭ ਤੇ ਭਲੇ ਬੁਰੇ ਦਾ ਗਿਆਨ, ਸੱਤ ਅਸੱਤ ਦਾ ਗਿਆਨ। ਹਰ ਸੂਝਵਾਨ ਪ੍ਰਾਣੀ ਨੂੰ ਜ਼ਿੰਦਗੀ ਦੇ ਹਰ ਕਦਮ 'ਤੇ ਵਿਵੇਕ ਬੁੱਧੀ ਦੀ ਲੋੜ ਹੈ। ਜੋ ਸੱਚ ਤੇ ਝੂਠ ਦਾ ਨਿਰਣਾ ਕਰਨ ਦੀ ਵਿਵੇਕ ਰੁਚੀ ਨਹੀਂ ਰੱਖਦਾ, ਉਹ ਸੱਚ ਦਾ ਪੱਲਾ ਛੱਡ ਬਹਿੰਦਾ ਹੈ ਅਤੇ ਕੂੜ ਦੇ ਜਾਲ ਵਿੱਚ ਫਸ ਜਾਂਦਾ ਹੈ। ਜਿਸ ਪ੍ਰਾਣੀ ਨੂੰ ਮਾਨਸਿਕ ਤੇ ਆਤਮਿਕ, ਉੱਤਮ ਤੇ ਨੀਚ ਰੁਚੀਆਂ ਦਾ ਭੇਦ ਨਹੀਂ, ਉਹ ਅੰਮ੍ਰਿਤ ਨੂੰ ਵਿਖਿਆ ਸਮਝਣ ਲੱਗ ਪੈਂਦਾ ਹੈ। ਸੱਚਾਈ ਉਸ ਨੂੰ ਕੌੜੀ ਲੱਗਣ ਲੱਗ ਪੈਂਦੀ ਹੈ। ਦਇਆ, ਧਰਮ, ਸਤ, ਸੰਤੋਖ ਤੋਂ ਉਸ ਨੂੰ ਘਿਰਣਾ ਪੈਦਾ ਹੋ ਜਾਂਦੀ ਹੈ। ਖੁਦਗਰਜ਼ੀ, ਚਤੁਰਾਈ, ਲੋਭ ਲਾਲਚ ਦੇ ਤ੍ਰਿਸ਼ਨਾਲੂ ਕਰਤਵਾਂ ਨੂੰ ਉਹ ਕਾਮਯਾਬ ਜ਼ਿੰਦਗੀ ਦੇ ਰਾਜ਼ ਸਮਝਦਾ ਹੈ। ਵਿਵੇਕ ਬਿਰਤੀ ਰੱਖਣ ਵਾਲੇ ਸਤਿਪੁਰਸ਼ਾਂ ਤੇ ਆਤਮਵਾਦੀਆਂ ਨੂੰ ਉਹ ਮੂਰਖ ਅਤੇ ਸੰਸਾਰਕ ਜੀਵਨ ਵਿੱਚ ਅਸਫਲ ਸਮਝਦਾ ਹੈ। ਪਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਜਿਸ ਨੇ ਵੀ ਸੱਚਾਈ, ਇਨਸਾਫ ਤੇ ਆਤਮਿਕ ਵਿਕਾਸ ਦਾ ਰਸਤਾ ਅਪਣਾਉਣਾ ਹੈ, ਉਸ ਨੂੰ ਵਿਵੇਕ ਰੁਚੀ ਅਪਣਾਉਣੀ ਪਵੇਗੀ। ਜਿਸ ਨੇ ਵੀ ਦਾਰਸ਼ਨਿਕ ਜਾਂ ਆਤਮਿਕ ਜੀਵਨ ਵੱਲ ਅਮਲੀ ਤੌਰ 'ਤੇ ਕੋਈ ਕਦਮ ਚੁੱਕਣਾ ਹੈ, ਉਸ ਨੂੰ ਕੋਈ ਨਾ ਕੋਈ ਅਜ਼ਮਾਇਆ ਹੋਇਆ ਮਰਿਆਦਾ ਦਾ ਮਾਰਗ ਅਪਣਾਉਣਾ ਪਏਗਾ। ਵਿਵੇਕ ਰੁਚੀ ਜੀਵਨ ਦੇ ਹਰ ਖੇਤਰ ਵਿੱਚ ਸੇਧ ਦਿੰਦੀ ਹੈ। ਵਿਵੇਕ ਬੁੱਧੀ ਨਾਲ ਕੀਤੀ ਹਰ ਸਾਧਨਾ ਕੋਈ ਨਾ ਕੋਈ ਅੰਤਰੀਵ ਭੇਦ ਖੋਲ੍ਹਦੀ ਹੈ। ਵਿਵੇਕ ਵਿਚਾਰ ਨਾਲ ਸਾਧੀ ਆਤਮਾ ਸੱਚੇ ਮਾਰਗ ਉੱਤੇ ਚੱਲਦਿਆਂ ਕਦੀ ਨਹੀਂ ਥਿੜਕੇਗੀ। ਦੂਸਰੇ ਪਾਸੇ ਵਿਵੇਕਹੀਨ ਪੁਰਸ਼ ਬੇਸ਼ੁਮਾਰ ਦੌਲਤ ਪਾਸ ਹੁੰਦਿਆਂ ਮਾਨਸਿਕ ਤੇ ਆਤਮਿਕ ਤੌਰ 'ਤੇ ਕੰਗਾਲ ਹੁੰਦਾ ਹੈ। ਅਨੇਕਾਂ ਸਾਕ ਸੰਬੰਧੀਆਂ, ਮਿੱਤਰਾਂ ਸੱਜਣਾਂ ਨਾਲ ਘਿਰਿਆ ਹੋਇਆ ਵੀ ਪਲ ਪਲ ਨਿਆਸਰਾ ਤੇ ਇਕੱਲ ਦੇ ਖੇਦ ਵਿੱਚ ਦੁਖੀ ਰਹਿੰਦਾ ਹੈ। ਚਾਰ ਚੁਫੇਰੇ ਖੁਸ਼ੀ ਤੇ ਸੁੱਖ ਦੇ ਅਡੰਬਰ ਰਚ ਕੇ ਵੀ ਦੁੱਖ ਤੇ ਚਿੰਤਾ ਵਿੱਚ ਪਰੇਸ਼ਾਨ ਰਹਿੰਦਾ ਹੈ। ਵਿਵੇਕਹੀਨ ਪੁਰਸ਼ ਚੰਚਲਤਾ ਤੇ ਤ੍ਰਿਸ਼ਨਾ ਦਾ ਸ਼ਿਕਾਰ ਰਹਿੰਦਾ ਹੈ। ਹਰ ਧਰਮ ਵਿੱਚ ਵਿਵੇਕ ਰੁਚੀਆਂ ਪੈਦਾ ਕਰਨ ਲਈ ਧਰਮ ਦੇ ਬਾਨੀਆਂ ਨੇ ਕੋਈ ਨਾ ਕੋਈ ਮਰਿਆਦਾ ਸਥਾਪਿਤ ਕੀਤੀ ਹੋਈ ਹੈ। ਗੁਰਸਿੱਖੀ ਵਿੱਚ ਮਰਿਆਦਾ ਸਪਸ਼ਟ ਰੂਪ ਵਿੱਚ ਗੁਰਬਾਣੀ, ਪ੍ਰਮਾਣਿਕ ਬਾਣੀ, ਭਾਈ ਗੁਰਦਾਸ ਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਅਤੇ ਪ੍ਰਮਾਣਿਕ ਰਹਿਤਨਾਮਿਆਂ ਵਿੱਚ ਦਿੱਤੀ ਹੋਈ ਹੈ। ਜਦ ਵੀ ਸਿੱਖ ਸਮਾਜ ਵਿੱਚ ਅਧੋਗਤੀ ਆਈ ਤਾਂ ਇਸ ਵਿਵੇਕ ਮਰਿਆਦਾ ਵੱਲੋਂ ਕੰਨੀ ਕਤਰਾਉਣ ਵਾਲੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਕਰਕੇ ਕਿੰਤੂ ਕਰਨ ਵਾਲੀਆਂ ਰੁਚੀਆਂ ਪ੍ਰਬਲ ਹੋ ਜਾਂਦੀਆਂ ਰਹੀਆਂ ਹਨ। ਐਸੀਆਂ ਹੀ ਅਗਿਆਨ ਵਸ ਹੋਈਆਂ ਰੁਚੀਆਂ ਨੂੰ ਸੇਧ ਦੇਣ ਲਈ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਇਹ ਪੁਸਤਕ ਜੇਲ੍ਹ ਵਿੱਚ ਲਿਖੀ ਸੀ। ਜੇਲ੍ਹ ਦੀ ਕਾਲ ਕੋਠੜੀ ਵਿੱਚ ਜਿੱਥੇ ਆਰਾਮ ਨਾਲ ਬੈਠ ਕੇ ਨਾ ਕੋਈ ਲਿਖਣ ਪੜ੍ਹਨ ਦੇ ਸਾਧਨ ਹੋਣ, ਨਾ ਹਵਾਲੇ ਦੀਆਂ ਪੁਸਤਕਾਂ ਜਾਂ ਕੋਸ਼, ਐਸੀ ਮਹਾਨ ਪੁਸਤਕ ਲਿਖਣਾ ਇੱਕ ਬੜੀ ਕਠਿਨ ਘਾਲਣਾ ਸੀ। ਭਾਈ ਸਾਹਿਬ ਦੇ ਆਪਣੇ ਹਸਤ ਕਮਲਾਂ ਨਾਲ ਜੇਲ੍ਹ ਵਿੱਚ ਲਿਖੇ ਖਰੜੇ ਵਿੱਚ ਹਰ ਗੁਰਬਾਣੀ ਦੇ ਪ੍ਰਮਾਣ ਦੀਆਂ ਲਗਾਂ ਮਾਤਰਾਂ ਬੇਹੱਦ ਸ਼ੁੱਧ ਹਨ। ਭਾਈ ਸਾਹਿਬ ਰਣਧੀਰ ਸਿੰਘ ਜੀ
ਵਿਵੇਕ ਵਿੱਚ ਪ੍ਰਪੱਕ ਜੀਵਨ ਆਦਰਸ਼ ਨੂੰ ਦੋ ਪੱਖਾਂ ਵਿੱਚ ਵੰਡਦੇ ਹਨ: ਸਿਮਰਨ ਸਾਧਨਾ ਵਿਵੇਕ ਅਤੇ ਰਹਿਤ ਵਿਵੇਕ। ਵਿਸ਼ੇਸ਼ ਸਥਾਨ ਉਹ ਸਿਮਰਨ ਸਾਧਨਾ ਵਿਵੇਕ ਨੂੰ ਦਿੰਦੇ ਹਨ। ਬਿਨਾਂ ਰਹਿਤ ਮਰਿਆਦਾ ਦ੍ਰਿੜ ਹੋਏ ਦੇ ਗੁਰਬਾਣੀ ਦਾ ਰਸ ਅਤੇ ਸਿਮਰਨ ਸਾਧਨਾ ਦੀ ਜੁਗਤ ਨਹੀਂ ਪ੍ਰਾਪਤ ਹੁੰਦੀ, ਅਤੇ ਬਿਨਾਂ ਸਿਮਰਨ ਸਾਧਨਾ ਦੀ ਅਤੁੱਟ ਅਤੇ ਨਿਰੰਤਰ ਕਮਾਈਆਂ ਦੇ ਰਹਿਤ ਵਿਵੇਕ ਇੱਕ ਰਸਮੀ ਅਤੇ ਦਿਖਾਵੇ ਦਾ ਜੀਵਨ ਬਣ ਕੇ ਰਹਿ ਜਾਂਦਾ ਹੈ। ਸਿਮਰਨ ਸਾਧਨਾ ਦਾ ਆਰੰਭ ਹੁਕਮ ਰਜ਼ਾ ਵਿੱਚ ਰਹਿਣ ਦੇ ਅਮਲੀ ਜੀਵਨ ਤੋਂ ਆਰੰਭ ਹੁੰਦਾ ਹੈ। ਹਉਮੈ ਜਾਂ ਹੱਠ ਨਾਲ ਜਪਿਆ ਨਾਮ ਕਦੀ ਸਾਰਥਕ ਨਹੀਂ ਹੁੰਦਾ। ਸੱਚੀ ਸਿਫਤ ਸਲਾਹ ਅਕਾਲ ਪੁਰਖ ਦੀ ਨਦਰ ਮਿਹਰ ਅਤੇ ਨਿਮਰੀ ਭੂਤ ਭਗਤੀ ਭਾਵ ਤੋਂ ਹੁੰਦੀ ਹੈ, ਅਤੇ ਆਪਾ ਤਿਆਗ ਕੇ ਅਤੇ ਸਭ ਕੁਝ ਗੁਰੂ ਪਰਾਇਣ ਕਰਕੇ ਹੁੰਦੀ ਹੈ। ਨਿਤਾ ਪ੍ਰਤ ਪਰਮੇਸ਼ਰ ਦਾ ਨਾਮ ਸੁਣਨਾ, ਉਸ ਦੇ ਸੱਚੇ ਸਰੂਪ ਨੂੰ ਪ੍ਰਗਟਾਉਣ ਹਾਰੀ ਸੱਚੀ ਬਾਣੀ ਦਾ ਕੀਰਤਨ ਕਰਨਾ ਗੁਰਮਤਿ ਵਿਵੇਕੀ ਦਾ ਨਿਤ ਕਰਮ ਬਣ ਜਾਂਦਾ ਹੈ। ਇਸ ਲਈ ਸਭ ਤੋਂ ਸ੍ਰੇਸ਼ਟ ਅਤੇ ਪਰਮ ਜ਼ਰੂਰੀ ਮੰਗ ਹੈ ਗੁਰ ਉਪਦੇਸ਼ਾਂ ਨੂੰ ਮਨ ਕਰਕੇ, ਵਚਨ ਕਰਕੇ ਅਤੇ ਕਰਮ ਕਰਕੇ ਕਮਾਉਣਾ। ਗੁਰਸਿੱਖ ਵਿਵੇਕੀ ਦਾ ਜੀਵਨ ਆਦਰਸ਼ ਪਰਮ ਪਦ ਦੀ ਪ੍ਰਾਪਤੀ ਹੈ, ਪਰ ਇਹ ਪਰਮ ਪਦ ਰਸਮੀ ਤੌਰ 'ਤੇ ਜਾਂ ਕਿੱਤੇ ਦੇ ਤੌਰ 'ਤੇ ਬਾਣੀ ਗਾਉਣ ਅਤੇ ਸੁਣਨ ਨਾਲ ਨਹੀਂ ਪ੍ਰਾਪਤ ਹੁੰਦਾ। ਇਹ ਪਰਮ ਪਦ ਰਸਮੀ ਤੌਰ 'ਤੇ ਜਾਂ ਕਿੱਤੇ ਦੇ ਤੌਰ 'ਤੇ ਬਾਣੀ ਗਾਉਣ ਅਤੇ ਸੁਣਨ ਨਾਲ ਨਹੀਂ ਪ੍ਰਾਪਤ ਹੁੰਦਾ। ਇਹ ਕੇਵਲ ਗੁਰੂ ਸਾਹਿਬ ਦੇ ਅਧਿਆਤਮਕ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਕੇ ਹੀ ਕੀਤਾ ਜਾ ਸਕਦਾ ਹੈ। ਸੱਚੀ ਰਹਿਤ ਹੀ ਗੁਰ ਸ਼ਬਦ ਵਿੱਚ ਸਹਿਜ ਸਮਾਈ ਦੀ ਰਹਿਤ ਹੈ, ਅਤੇ ਇਹ ਗੁਰ ਸ਼ਬਦ ਰਹਿਤ ਰਹਿਣ ਵਾਲਾ ਹੀ ਸਿੱਖ ਅਖਵਾ ਸਕਦਾ ਹੈ। ਜੋ ਇਸ ਨਾਮ ਨਿਧਿਆਸਨ ਦੀ ਰਹਿਤ ਤੋਂ ਅਣਜਾਣ ਹੈ ਜਾਂ ਅਣਗਹਿਲੀ ਕਰਦਾ ਹੈ, ਉਹ ਕਪਟ ਸਨੇਹੀ ਸਿੱਖ ਹੈ। ਗਾਏ ਸੁਨੇ ਆਂਖੇ ਮੀਚੈ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਵਲੋ ਨਾ ਕਮਾਈਐ। ਸਿੱਖ ਸੋਈ ਸੁਨ ਗੁਰੂ ਸ਼ਬਦ ਰਹਿਤ ਰਹਿ, ਕਪਟ ਸਨੇਹ ਕੀਏ ਪਾਛੇ ਪਛਤਾਤ ਹੈ। ਭਾਈ ਗੁਰਦਾਸ ਜੀ। ਵਿਵੇਕਹੀਨ ਪੁਰਸ਼ਾਂ ਦੀ ਮਾਨਸਿਕ ਦਸ਼ਾ ਦਾ ਵਰਣਨ ਕਰਕੇ ਭਾਈ ਸਾਹਿਬ ਰਣਧੀਰ ਸਿੰਘ ਜੀ ਵਿਵੇਕ ਬੁੱਧੀ ਵਾਲੇ ਉਹਨਾਂ ਪਰਮਾਰਥੀ ਗੁਰਸਿੱਖਾਂ ਦੀ ਕਮਾਈ ਦੇ ਸਾਧਨ ਅਤੇ ਇਹਨਾਂ ਸਾਧਨਾਂ ਦੇ ਸੁੱਖ ਫਲ ਦਾ ਜ਼ਿਕਰ ਕਰਦੇ ਹਨ, ਜੋ ਸਿਮਰਨ ਵਿਵੇਕ ਦੀਆਂ ਲਗਾਤਾਰ ਘਾਲਣਾ ਤੋਂ ਪ੍ਰਾਪਤ ਹੁੰਦਾ ਹੈ। ਕੋਟ ਪੁੰਨ ਸੁਣ ਹਰਿ ਕੀ ਬਾਣੀ, ਕੋਟ ਫਲਾ ਗੁਰ ਤੇ ਬਿਧ ਜਾਣੀ। ਗੌੜੀ ਮਹੱਲਾ ਪੰਜਵਾਂ। ਸੱਚੇ ਗਿਆਨ ਧਿਆਨ ਤੇ ਤਤ ਬੁੱਧ ਦੀ ਪ੍ਰਾਪਤੀ ਸਿਮਰਨ ਭਜਨ ਤੋਂ ਹੀ ਹੁੰਦੀ ਹੈ। ਨਾਮ ਦੀ ਪਾਰਸ ਕਲਾ ਤੇ ਤੇਜ ਪ੍ਰਤਾਪ ਕਰਕੇ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਆਦ ਸਭ ਸ਼ਕਤੀਆਂ ਤੇ ਕਲਿਆਣ ਰੂਪ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਸਿਮਰਨ ਸਾਧਨਾ ਬਗੈਰ ਸੱਚਾ ਸੁੱਖ, ਸੱਚਾ ਸੰਤੋਖ ਤੇ ਯਥਾਰਥ ਸ਼ਾਂਤੀ ਕਦੀ ਨਹੀਂ ਪ੍ਰਾਪਤ ਹੋ ਸਕਦੀ। ਇਸ ਸਿਮਰਨ ਵਿਵੇਕ ਨੂੰ ਹੀ ਪੰਚਮ ਪਾਤਸ਼ਾਹ ਨੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਆਖਿਆ ਹੈ। ਸ਼ਾਂਤੀ ਸੰਤੋਖ ਉੱਤੇ ਨਿਰਭਰ ਹੈ। ਸੁਖ ਸਹਿਜ ਅਵਸਥਾ ਤੇ ਰਜ਼ਾ ਵਿੱਚ ਰਹਿਣ ਉੱਤੇ ਨਿਰਭਰ ਹੈ। ਇਹ ਅਵਸਥਾ ਪ੍ਰੇਮ ਸਾਧਨਾ ਬਗੈਰ ਨਹੀਂ ਪ੍ਰਾਪਤ ਹੁੰਦੀ, ਅਤੇ ਪ੍ਰੇਮ ਸਾਧਨਾ ਸੁਰਤ ਨੂੰ ਸੱਚੇ ਪਾਤਸ਼ਾਹ ਦੇ ਜੋਤ ਸ਼ਬਦ ਸਰੂਪ ਦੀ ਅਰਾਧਨਾ ਤੋਂ ਹੁੰਦਾ ਹੈ। ਇਹੀ ਉਹ ਬ੍ਰਹਮ ਵਿਵੇਕ ਦਾ ਮਾਰਗ ਹੈ, ਇਹੀ ਉਹ ਤਤ ਗੁਰਸਿੱਖੀ ਹੈ। ਸ਼ਾਂਤ ਨ ਸੰਤੋਖ ਬਿਨ, ਸੁਖ ਨ ਸਹਿਜ ਬਿਨ, ਸ਼ਬਦ ਸੁਰਤ ਬਿਨ, ਪ੍ਰੇਮ ਨਾ ਪ੍ਰਵੀਨ ਹੈ। ਬ੍ਰਹਮ ਵਿਵੇਕ ਬਿਨ ਹਿਰਦੈ ਨ ਏਕ ਟੇਕ, ਬਿਨ ਸਾਧ ਸੰਗਤ ਨ ਰੰਗ ਲਿਵ ਲੀਨ ਹੈ। ਭਾਈ ਗੁਰਦਾਸ ਜੀ। ਸ਼ਬਦ ਕਮਾਈ ਦਾ ਅਪਾਰ ਪ੍ਰਤਾਪ ਹੈ।
ਨਾਮ ਦੀ ਪਾਰਸ ਕਲਾ ਨਾਲ ਅਗਿਆਨਤਾ ਦੂਰ ਹੁੰਦੀ ਹੈ, ਆਪਦਾ ਟਲ ਜਾਂਦੀ ਹੈ, ਪਾਪ ਸੰਤਾਪ ਮਿਟ ਜਾਂਦੇ ਹਨ, ਹਿਰਦਾ ਕਮਲ ਵਿਗਸਦਾ ਹੈ ਅਤੇ ਭਾਈ ਸਾਹਿਬ ਆਪਣੀਆਂ ਅਤੁੱਟ ਕਮਾਈਆਂ ਦੇ ਸਾਖਿਆਤ ਅਨੁਭਵ ਤੋਂ ਲਿਖਦੇ ਹਨ ਕਿ ਨਾਮ ਨਿਧਿਆਸਣ ਤੋਂ ਅਬਚਲੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਅਤੇ ਅਕਾਲ ਪੁਰਖ ਸਦਾ ਹਾਜ਼ਰ ਨਾਜ਼ਰ ਤੇ ਦ੍ਰਿਸ਼ਟੀ ਗੋਚਰ ਹੁੰਦਾ ਹੈ। ਨਾਮ ਅਭਿਆਸ ਦੀ ਗਿਆਨ ਕਲਾ ਤੋਂ ਅਨਹਦ ਪਦ ਵਿੱਚ ਸਮਾਈ ਹੁੰਦੀ ਹੈ। ਭਾਈ ਨੰਦ ਲਾਲ ਜੀ ਇਸੇ ਬੰਦਗੀ ਤੇ ਜ਼ੋਰ ਦਿੰਦੇ ਹਨ। ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾ ਸਤ, ਦੌਲਤ ਅਜ਼ ਮਾਹਤਾ ਮਾਹੀ ਤੁਰਾ ਸਤ, ਸ਼ੌਕੇ ਮੌਲਾ ਅਜ਼ ਹੁਮਾ ਬਾਲਾਤਰ ਆਸਤ, ਸ਼ਾਇਆਏ ਊ ਸ਼ਰ ਸਰ ਮਾਂ ਅਫਸਰ ਅਸਤ। ਬੰਦਗੀ ਸਿਮਰਨ ਭਗਤੀ ਸਦੀਵੀ ਦੌਲਤ ਹੈ। ਇਸ ਲਈ ਹੇ ਸੱਜਣਾ, ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਜੇ ਤੂੰ ਇਹ ਬੰਦਗੀ ਦਾ ਲਿਬਾਸ ਪਹਿਨ ਲਵੇਂ ਤਾਂ ਤੈਨੂੰ ਸ੍ਰਿਸ਼ਟੀ ਦੀ ਬਾਦਸ਼ਾਹੀ ਪ੍ਰਾਪਤ ਹੋ ਜਾਏਗੀ ਅਤੇ ਆਕਾਸ਼ ਤੋਂ ਪਤਾਲ ਤੱਕ ਸਾਰੀ ਦੌਲਤ ਤੇਰੀ ਹੋ ਜਾਏਗੀ। ਸੱਚੇ ਮਾਲਕ ਨਿਰੰਕਾਰ ਦਾ ਇਸ਼ਕ ਹੁਮਾ ਪੰਛੀ ਦੇ ਸਾਏ ਤੋਂ ਵੀ ਸ੍ਰੇਸ਼ਟ ਹੈ, ਜਿਸ ਦੇ ਸਾਏ ਨਾਲ ਦੁਨੀਆ ਦੀ ਪਾਤਸ਼ਾਹੀ ਪ੍ਰਾਪਤ ਹੁੰਦੀ ਹੈ ਅਤੇ ਉਸ ਦੀਆਂ ਬਰਕਤਾਂ ਦਾ ਤਾਜ ਤੇਰੇ ਸਿਰ ਉੱਤੇ ਸੁਸ਼ੋਭਿਤ ਹੋਵੇਗਾ। ਇਹ ਹੈ ਬੰਦਗੀ ਤੇ ਸਿਮਰਨ ਭਗਤੀ ਦਾ ਸੁਖ ਫਲ, ਜਿਸ ਦੀ ਅਨੇਕਾਂ ਗੁਰ ਪ੍ਰਮਾਣਾਂ ਦੇ ਆਧਾਰ 'ਤੇ ਭਾਈ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਪਹਿਲੇ ਭਾਗ ਵਿੱਚ ਭਾਈ ਸਾਹਿਬ ਰਣਧੀਰ ਸਿੰਘ ਜੀ ਐਸੇ ਹੋਰ ਵਿਸ਼ਿਆਂ ਉੱਤੇ ਅਦੁੱਤੀ ਰੌਸ਼ਨੀ ਪਾਉਂਦੇ ਹਨ ਜਿਨ੍ਹਾਂ ਬਾਰੇ ਇਸ ਪੁਸਤਕ ਲਿਖੇ ਜਾਣ ਤੋਂ ਅੱਜ ਕਰੀਬਨ 40-50 ਸਾਲ ਬਾਅਦ ਬੜੀ ਕੋਝੀ ਚਰਚਾ ਛਿੜ ਪਈ ਹੈ। ਸਾਡੇ ਕਈ ਬੁੱਧੀਵਾਨ, ਜਿਨ੍ਹਾਂ ਨੂੰ ਹਰ ਗੁਰਮਤਿ ਦੀ ਸ਼ੁਭ ਰਵਾਇਤ ਬਾਰੇ ਕਿੰਤੂ ਕਰਕੇ ਇੱਕ ਨਵੇਂ ਖੋਜੀ ਅਖਵਾਉਣ ਦਾ ਸ਼ੌਂਕ ਉਪਜਿਆ ਹੈ, ਕਹਿਣ ਲੱਗ ਪਏ ਹਨ ਕਿ ਅਖੰਡ ਕੀਰਤਨ ਕਰਨ ਦਾ ਕੀ ਫਾਇਦਾ ਅਤੇ ਅਖੰਡ ਪਾਠ ਕਰਨ ਦਾ ਕੀ ਫਾਇਦਾ। ਇਹ ਠੀਕ ਹੈ, ਕਈ ਥਾਵੇਂ ਅਖੰਡ ਪਾਠ ਵਪਾਰਕ ਕਿੱਤਾ ਬਣ ਗਿਆ ਹੈ। ਭਾਰਤ ਦੇ 80% ਡਾਕਟਰ ਕੇਵਲ ਲੋਭ ਲਾਲਚ ਨੂੰ ਮੁੱਖ ਰੱਖ ਕੇ ਇਲਾਜ ਕਰਦੇ ਹਨ ਅਤੇ ਅਨੇਕਾਂ ਰੋਗੀ ਗਲਤ ਇਲਾਜਾਂ ਕਾਰਨ ਮਰ ਜਾਂਦੇ ਹਨ। ਪਰ ਅੱਜ ਤੱਕ ਕੋਈ ਐਸਾ ਮੂਰਖ ਸਾਨੂੰ ਨਹੀਂ ਮਿਲਿਆ ਜਿਹੜਾ ਇਹ ਆਖੇ ਕਿ ਸਭ ਡਾਕਟਰਾਂ ਦੀਆਂ ਦੁਕਾਨਾਂ ਕਾਨੂੰਨੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਰਾਤ ਦਿਨੇ ਅਖੰਡ ਕੀਰਤਨ ਕਰਨ ਦਾ, ਰਾਤ ਦਿਨੇ ਗੁਰਬਾਣੀ ਪੜ੍ਹਨ ਅਤੇ ਸੁਣਨ ਦਾ ਵਿਧਾਨ ਸਪਸ਼ਟ ਦਿੱਤਾ ਹੋਇਆ ਹੈ, ਪਰ ਭਾਈ ਸਾਹਿਬ ਰਣਧੀਰ ਸਿੰਘ ਜੀ ਇਸ ਦੀ ਸਹੀ ਅਤੇ ਅਦੁੱਤੀ ਵਿਆਖਿਆ ਕਰਦੇ ਹਨ। ਜਪ ਤਪ ਭਜਨ ਬੰਦਗੀ ਕਰਨ ਵਾਲੇ ਹਮੇਸ਼ਾ ਲੋੜਦੇ ਹਨ ਕਿ ਕੋਈ ਇਕਾਂਤ ਮਿਲੇ, ਜਿੱਥੇ ਇੱਕ ਮਨ ਇੱਕ ਚਿੱਤ ਹੋ ਕੇ ਬੰਦਗੀ ਕਰੀਏ। ਇਸ ਇਕਾਂਤ ਦੀ ਰਸ ਲੀਨਤਾ ਲਈ ਉਹ ਪਹਾੜਾਂ ਕੰਦਰਾਂ ਦੀਆਂ ਗੁਫਾ ਵਿੱਚ ਜਾਂਦੇ ਹਨ, ਜੰਗਲਾਂ ਅਤੇ ਦਰਿਆਵਾਂ ਦੇ ਇਕਾਂਤ ਕਿਨਾਰਿਆਂ 'ਤੇ ਜਾਂਦੇ ਹਨ, ਪਰ ਨਾ ਅੰਤਰੀਵ ਇਕਾਂਤ ਮਿਲਦੀ ਹੈ, ਨਾ ਸ਼ਾਂਤੀ ਮਿਲਦੀ ਹੈ। ਉਹ ਸੁਹਾਵਣਾ ਵਾਯੂਮੰਡਲ ਜਿੱਥੇ ਰਸੀਲਾ ਕੀਰਤਨ ਲਗਾਤਾਰ ਹੋ ਰਿਹਾ ਹੋਵੇ, ਉਹ ਸੁਗੰਧਿਤ ਇਕਾਂਤ ਅਸਥਾਨ ਜਿੱਥੇ ਗੁਰਬਾਣੀ ਦਾ ਅਖੰਡ ਪਾਠ ਸੁਣਦਾ ਹੋਵੇ, ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਇਕਾਂਤ ਗੁਫਾ ਅਸਥਾਨ ਹੈ, ਜਿੱਥੇ ਨਾ ਕੇਵਲ ਮਨ ਦਾ ਟਿਕਾਓ ਹੀ ਪ੍ਰਾਪਤ ਹੁੰਦਾ ਹੈ, ਬਲਕਿ ਬਾਣੀ ਲਗਾਤਾਰ ਸੁਣਦਿਆਂ ਮਨ ਸ਼ਾਂਤੀ ਅਤੇ ਸੰਤੋਖ ਦੇ ਘਰ ਲਿਵਲੀਨਤਾ ਪ੍ਰਾਪਤ ਕਰਦਾ ਹੈ। ਬਾਣੀ ਦੀ ਪਾਰਸ ਕਲਾ ਨਾਲ ਮਨ ਉਜਲ ਹੁੰਦਾ ਹੈ ਅਤੇ ਐਸੀ ਸਹਿਜ ਸਮਾਧੀ ਪ੍ਰਾਪਤੀ ਹੁੰਦੀ ਹੈ ਜੋ ਅਨੇਕਾਂ ਜਪਾਂ ਤਪਾਂ ਤੋਂ ਨਹੀਂ ਹੁੰਦੀ। ਇਸ ਪੁਸਤਕ ਦੇ ਦੂਸਰੇ ਭਾਗ ਵਿੱਚ ਨਿਤ ਕਰਮਾਂ ਦੀ ਰਹਿਤ ਉੱਤੇ ਭਾਈ ਸਾਹਿਬ ਨੇ ਰੋਸ਼ਨੀ ਪਾਈ ਹੈ। ਗੁਰਮਤਿ ਰਹਿਤ ਦੇ ਇੱਕ ਇੱਕ ਅੰਗ ਉੱਤੇ ਬੜੇ ਵਿਸਥਾਰ ਨਾਲ ਰੋਸ਼ਨੀ ਪਾਈ ਹੈ। ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਵਿਧਾਨ ਦੀ ਵਿਆਖਿਆ ਕੀਤੀ ਹੈ, ਉੱਥੇ ਇਸ਼ਨਾਨ ਦੀ ਵਿਆਖਿਆ ਜੋ ਗੁਰਮਤਿ ਅਧਿਆਤਮਵਾਦ ਅਨੁਸਾਰ ਕੀਤੀ ਹੈ, ਉਸ ਤੋਂ 3 ਗੱਲਾਂ ਸਪਸ਼ਟ ਹੁੰਦੀਆਂ ਹਨ। ਨੰਬਰ 1, ਇਸ਼ਨਾਨ ਕੇਵਲ ਸਰੀਰ ਨੂੰ ਪਾਣੀ ਨਾਲ ਧੋਣ ਨਾਲ ਹੀ ਮੁਕੰਮਲ ਨਹੀਂ, ਇਹ ਅਧੂਰਾ ਇਸ਼ਨਾਨ ਹੈ। ਨੰਬਰ 2, ਇਸ਼ਨਾਨ ਕਰਦਿਆਂ ਅਤੇ ਉਸ ਤੋਂ ਉਪਰੰਤ
ਨਾਮ ਜਪਣਾ ਤੇ ਗੁਰਬਾਣੀ ਪੜ੍ਹਨਾ ਮਾਨਸਿਕ ਤੇ ਆਤਮਿਕ ਇਸ਼ਨਾਨ ਹੈ। ਇਹ ਮਾਨਸਿਕ ਤੇ ਆਤਮਿਕ ਇਸ਼ਨਾਨ ਸਿੱਖ ਦੇ ਸਰੀਰਕ ਇਸ਼ਨਾਨ ਦਾ ਜ਼ਰੂਰੀ ਅੰਗ ਹੈ। ਨੰਬਰ 3, ਉਹ ਅੰਮ੍ਰਿਤ ਵੇਲੇ ਦਾ ਇਸ਼ਨਾਨ ਜਿਸ ਵਿੱਚ ਇੱਕ ਰਸ ਗੁਰਬਾਣੀ ਦਾ ਅਭਿਆਸ ਪਾਠ ਜਾਰੀ ਰਹੇ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਤੁਲ ਹੈ। ਪਰ ਜਿਸ ਇਸ਼ਨਾਨ ਨਾਲ ਨਾਮ ਬਾਣੀ ਰਾਹੀਂ ਮਨ ਤੇ ਆਤਮਾ ਦਾ ਇਸ਼ਨਾਨ ਨਹੀਂ, ਉਹ ਪਖੰਡ ਇਸ਼ਨਾਨ ਹੈ, ਚਾਹੇ ਉਹ 68 ਤੀਰਥਾਂ ਤੇ ਕਿਉਂ ਨਾ ਕੀਤਾ ਜਾਏ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ, ਅੰਤਰ ਮੈਲ ਲਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ। ਸੂਚੇ ਇਹ ਨਾ ਆਖੀਐ, ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜਲ ਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ, ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਗੁਰਮਤਿ ਰਹਿਤ ਦੇ ਅਨੇਕਾਂ ਅਸੂਲ ਸੀਨੇ ਬਸੀਨੇ ਚਲੇ ਆ ਰਹੇ ਹਨ। ਅੰਮ੍ਰਿਤ ਛਕਣ ਵੇਲੇ ਬਹੁਤ ਸਾਰੇ ਅਸੂਲ ਜੋ ਦ੍ਰਿੜਾਏ ਜਾਂਦੇ ਹਨ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਵਰਣਨ ਨਹੀਂ, ਪਰ ਗੁਰਸਿੱਖੀ ਮਾਰਗ ਵਿੱਚ ਉਹਨਾਂ ਹੁਕਮਾਂ ਦਾ ਮੰਨਣਾ ਉਤਨਾ ਹੀ ਜ਼ਰੂਰੀ ਹੈ ਜਿਤਨਾ ਗੁਰਬਾਣੀ ਵਿੱਚ ਵਿਦਮਾਨ ਹੋਰ ਹੁਕਮਾਂ ਦਾ। ਗੁਰੂ ਨਾਨਕ ਦੇਵ ਤੋਂ ਚੱਲੀ ਚਰਨ ਪਾਹੁਲ ਤੇ ਉਸ ਨਾਲ ਦ੍ਰਿੜਾਈ ਰਹਿਤ ਸੀਨੇ ਬਸੀਨੇ ਚਲੀ ਆਈ। ਇਸ ਪਿੱਛੋਂ ਖੰਡੇ ਦੀ ਪਾਹੁਲ ਜੋ ਦਸ਼ਮੇਸ਼ ਜੀ ਨੇ ਪ੍ਰਚਲਿਤ ਕੀਤੀ, ਸੀਨੇ ਬਸੀਨੇ ਪ੍ਰਚਲਿਤ ਰਹੀ। ਰਹਿਤ ਅਮਲੀ ਜੀਵਨ ਨਾਲ ਸੰਬੰਧ ਰੱਖਦੀ ਹੈ, ਸਿਧਾਂਤਕ ਥਿਊਰੀਆਂ ਨਾਲ ਨਹੀਂ। ਰਹਿਤ ਸਿਦਕ ਭਰੋਸੇ ਤੇ ਤਨ ਮਨ ਵਾਰਨ ਵਾਲੀ ਰੁਚੀ ਦਾ ਨਿਤ ਕਰਮ ਹੈ, ਜਿਸ ਰਾਹੀਂ ਉਹ ਸਤਿਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਇਸ ਲਈ ਰਹਿਤਨਾਮੇ ਵੀ ਜੋ ਸਤਿਪੁਰਸ਼ ਲਿਖਦੇ ਰਹੇ, ਉਹ ਸੰਖੇਪ ਤੌਰ ਤੇ ਨਵੇਂ ਜਗਿਆਸੂਆਂ ਨੂੰ ਗੁਰਮਤਿ ਦੇ ਉਲਟ ਕੁਰੀਤੀਆਂ ਨੂੰ ਰੋਕਣ ਲਈ ਲਿਖਦੇ ਰਹੇ। ਇਹਨਾਂ ਸੀਨੇ ਬਸੀਨੇ ਚਲੇ ਆ ਰਹੇ ਰਹਿਤ ਦੇ ਸਿਧਾਂਤਾਂ ਉੱਤੇ ਭਾਈ ਸਾਹਿਬ ਨੇ ਬੜੇ ਵਿਸਥਾਰ ਨਾਲ ਰੋਸ਼ਨੀ ਪਾਈ ਹੈ। ਦਾਨ ਦੀ ਵਿਆਖਿਆ ਗੁਰਮਤਿ ਦੀ ਵਿਲੱਖਣ ਹੈ। ਭਾਰਤ ਵਿੱਚ ਕੇਵਲ ਬ੍ਰਾਹਮਣਾਂ ਨੂੰ ਦਿੱਤਾ ਦਾਨ ਸੱਚਾ ਦਾਨ ਸਮਝਿਆ ਜਾਂਦਾ ਸੀ, ਪਰ ਗੁਰੂ ਘਰ ਵਿੱਚ ਗਰੀਬ ਦੀ ਰਸਨਾ ਗੁਰੂ ਦੀ ਗੋਲਕ ਸਮਝੀ ਜਾਂਦੀ ਹੈ। ਦਾਨ ਪਰਉਪਕਾਰੀ ਰੁਚੀ ਨੂੰ ਪ੍ਰਪੱਕ ਕਰਨ ਵਾਲੇ ਕਰਮ ਹਨ, ਜੋ ਦੀਨ ਦੁਖੀਆਂ ਦੀ ਪੀੜ ਹਰਦੇ ਹਨ, ਲੋੜਵੰਦਾਂ ਦੀ ਲੋੜ ਪੂਰੀ ਕਰਦੇ ਹਨ। ਉਹ ਸੱਚੇ ਅਰਥਾਂ ਵਿੱਚ ਦਾਨੀ ਪੁਰਸ਼ ਹਨ। ਗ੍ਰਸਤ ਵਿੱਚ ਰਹਿੰਦੇ ਹੋਏ ਉਹ ਵੈਰਾਗੀ, ਤਿਆਗੀ ਤੇ ਸੱਚੇ ਉਦਾਸੀ ਹਨ। ਉਹ ਹਉਮੈ ਤਿਆਗਦੇ ਹਨ ਅਤੇ ਸੱਚੀ ਭੈ ਭਾਵਨੇ ਵਿੱਚ ਪਰਉਪਕਾਰ ਕਰੀ ਜਾਂਦੇ ਹਨ। ਜਿਉਂ-ਜਿਉਂ ਅੰਤਰੀਵ ਰਹਿਤ ਵਿੱਚ ਉਸ ਦਾ ਧਿਆਨ ਪਰਪੱਕ ਹੁੰਦਾ ਹੈ, ਤਿਉਂ-ਤਿਉਂ ਉਸ ਦੇ ਅੰਦਰ ਸਤਿਗੁਣੀ ਰੁਚੀਆਂ ਪ੍ਰਬਲ ਹੁੰਦੀਆਂ ਹਨ। ਉਹ ਹਉਮੈ ਤਿਆਗਦਾ ਹੈ ਅਤੇ ਪੰਜ ਦੋਖਾਂ ਤੋਂ ਬਚਿਆ ਰਹਿੰਦਾ ਹੈ। ਭਾਣਾ ਮੰਨਣਾ ਤੇ ਭੈ ਭਾਵਨੀ ਵਿੱਚ ਰਹਿਣਾ ਅਮਲੀ ਰਹਿਤ ਦੇ ਸਭ ਤੋਂ ਸ੍ਰੇਸ਼ਟ ਗੁਣ ਹਨ। ਭਾਈ ਨੰਦ ਲਾਲ ਜੀ ਜ਼ਿੰਦਗੀ ਨਾਮੇ ਵਿੱਚ ਕਹਿੰਦੇ ਹਨ ਕਿ ਬੇਅਦਬ ਲੋਕ ਸਦਾ ਅੰਧਕਾਰ ਵਿੱਚ ਰਹਿੰਦੇ ਹਨ। ਉਹਨਾਂ ਨੂੰ ਰੱਬੀ ਬੰਦਿਆਂ ਦੀ ਕੋਈ ਸਾਰ ਨਹੀਂ। ਬੇਅਦਬ ਨੂੰ ਕਦੀ ਵੀ ਸੱਚੇ ਸਾਹਿਬ ਦਾ ਸੱਚਾ ਮਾਰਗ ਨਹੀਂ ਮਿਲਦਾ ਅਤੇ ਮਾਰਗ ਤੋਂ ਘੁੱਥੇ ਹੋਏ ਕਿਸੇ ਪ੍ਰਾਣੀ ਦੀ ਪਹੁੰਚ ਸੱਚੇ ਸਾਈਂ ਤੀਕ ਨਹੀਂ ਹੋ ਸਕਦੀ। ਸੱਚੇ ਮਾਰਗ ਦਾ ਰੱਬ ਹੀ ਅਦਬ ਹੈ। ਜਿਸ ਨੇ ਗੁਰੂ ਤੇ ਗੁਰਮੁਖਾਂ ਦਾ ਅਦਬ ਨਹੀਂ ਸਿੱਖਿਆ, ਉਹ ਰੱਬ ਦੀਆਂ ਰਹਿਮਤਾਂ ਤੋਂ ਖਾਲੀ ਰਹਿੰਦਾ ਹੈ। ਅਦਬ ਉਸ ਪ੍ਰਾਣੀ ਦਾ ਤਾਜ ਹੈ ਜੋ ਨਿਮਕ ਭਰ ਵੀ ਅਕਾਲ ਪੁਰਖ ਨੂੰ ਨਹੀਂ ਵਿਸਾਰਦਾ। ਗੁਰਸਿੱਖੀ ਦੀ ਰਹਿਤ ਹੀ ਹੈ ਜੋ ਉਸ ਦਾ ਆਚਰਣ ਬੁਲੰਦ ਕਰਦੀ ਹੈ। ਗੁਰਸਿੱਖ ਦੀ ਚੜ੍ਹਦੀਆਂ ਕਲਾਂ ਦੀ ਅਵਸਥਾ ਨਿਆਰੀ ਹੈ। ਭਾਈ ਸਾਹਿਬ ਜੀ ਸਪਸ਼ਟ ਕਰਦੇ ਹਨ ਕਿ ਗੁਰਸਿੱਖ ਦੇ ਬੀਰ ਰਸ ਵਿੱਚ ਸ਼ਾਂਤ ਰਸ ਹੈ। ਉਸ ਦੇ ਸ਼ਾਂਤ ਰਸ ਵਿੱਚ ਸੁੱਚੀ ਵੀਰਤਾ
ਤੇ ਨਿਰਭੈਤਾ ਉਮੜ ਉਮੜ ਪੈਂਦੀ ਹੈ। ਬਾਬਾ ਵੀਰ ਸਿੰਘ ਨਰੌਂਗਾਬਾਦੀ ਦੀ ਮਿਸਾਲ ਦੇ ਕੇ ਦੱਸਦੇ ਹਨ ਕਿ ਸੂਰਬੀਰ ਗੁਰਸਿੱਖਾਂ ਦੀ ਜਰਨ ਸ਼ਕਤੀ ਕਿਸ ਉੱਚੀ ਮੰਜ਼ਿਲ ਦੀ ਹੁੰਦੀ ਹੈ। ਜਿਤਨੀ ਕੋਈ ਗੁਰਸਿੱਖ ਕਮਾਈ ਕਰਦਾ ਹੈ, ਉਤਨੀ ਹੀ ਉਸ ਦੀ ਸੁਰਤ ਵਿਰਤੀ ਸੂਖਮ ਤੇ ਬਲਸ਼ੀਲ ਹੋ ਜਾਂਦੀ ਹੈ। ਜਿਤਨਾ ਵਧੇਰੇ ਉਸ ਦਾ ਅੰਤਰੀਵ ਅਨੁਭਵ ਵੱਧਦਾ ਹੈ, ਉਤਨਾ ਉਹ ਸੱਚ, ਸੰਜਮ ਤੇ ਜੀਵਨ ਦੀ ਪਵਿੱਤਰਤਾ ਵਧਾਉਣ 'ਤੇ ਜ਼ੋਰ ਲਾਉਂਦਾ ਹੈ। ਉਹ ਥੋੜ੍ਹਾ ਖਾਂਦਾ ਹੈ, ਥੋੜ੍ਹਾ ਸੌਂਦਾ ਹੈ, ਆਹਾਰ ਦਾ ਬਹੁਤ ਸੰਜਮ ਕਰਦਾ ਹੈ। ਇਸ ਆਹਾਰ ਸੰਜਮ ਨੂੰ ਕਿਸੇ ਬੱਝੀ ਮਰਿਆਦਾ ਵਿੱਚ ਪਾਲਦਾ ਹੈ। ਭਾਈ ਮਨੀ ਸਿੰਘ ਜੀ ਦਾ ਸਮਕਾਲੀ ਕੇਸਰ ਸਿੰਘ ਛਿੱਬਰ ਆਪਣੇ ਸਮੇਂ ਦੇ ਤੱਤ ਖਾਲਸਾ ਸਿੱਖਾਂ ਬਾਰੇ ਅੱਖੀਂ ਡਿੱਠੇ ਆਚਰਨ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ, ਪਰ ਤਿਸ ਸਮੇਂ ਸਿੱਖ ਆਹੇ ਜਤੀ ਸਤੀ ਰਹਿਤਵਾਨ। 5-5 7-7 ਦਿਨ ਸਿੱਖ ਭੁੱਖੇ ਰਹਿਣ, ਪਰ ਐਲਾ ਮੈਲਾ ਧਾਨ ਨਾ ਖਾਣ। ਤਿੰਨਾਂ ਸਿੱਖਾਂ ਦੇ ਤਪ ਕਰ ਤੁਰਕਾਂ ਦਾ ਹੋਇਆ ਨਾਸ, ਅਤੇ ਉਹਨਾਂ ਸਿੱਖਾਂ ਦੇ ਤਪ ਭਜਨ ਸੀਸ ਦੇਣ ਕਰ ਖਾਲਸੇ ਜੀ ਦਾ ਹੋਣਾ ਹੈ ਪ੍ਰਕਾਸ਼। ਬੰਸਾਵਲੀ ਨਾਮਾ। ਗੁਰੂ ਕਾ ਲੰਗਰ ਰਹਿਤ ਤੇ ਸਿੱਖੀ ਸਿਦਕ ਵਿੱਚ ਪਰਪੱਕ ਸਿੱਖਾਂ ਵੱਲੋਂ ਸਜਾਇਆ ਜਾਏ ਤਾਂ ਉਹ ਅੰਮ੍ਰਿਤ ਰੂਪ ਗੁਰੂ ਕਾ ਲੰਗਰ ਹੈ। ਸਰਬਲੋ ਵਿਵੇਕ ਦੀ ਰਹੋ ਰੀਤ ਦਾ ਵਰਤਾਰਾ ਇਸੇ ਹੀ ਵਿਚਾਰ ਨਾਲ ਗੁਰੂ ਸਾਹਿਬ ਨੇ ਪ੍ਰਚਲਿਤ ਕੀਤਾ ਸੀ ਕਿ ਸਰਬਲੋ ਦੇ ਬਾਟੇ ਤੇ ਖੰਡੇ ਤੋਂ ਤਿਆਰ ਹੋਏ ਅੰਮ੍ਰਿਤ ਛਕਣ ਉਪਰੰਤ ਉਹ ਜੋ ਵੀ ਆਚਾਰ ਕਰਨ, ਉਹ ਵੀ ਜੋ ਸਰਬਲੋ ਵਿੱਚ ਤਿਆਰ ਬਰ ਤਿਆਰ ਸਿੰਘਾਂ ਸਿੰਘਣੀਆਂ ਦਾ ਤਿਆਰ ਕੀਤਾ ਹੋਇਆ ਹੋਵੇ, ਤਾਂ ਨਿਰੰਤਰ ਅੰਮ੍ਰਿਤ ਆਹਾਰ ਭੁੰਚਣ। ਪਰ ਉਹ ਅੰਮ੍ਰਿਤ ਆਹਾਰ ਤਾਂ ਹੀ ਬਣ ਸਕਦਾ ਹੈ ਜੇ ਨਾਮ ਦੀਆਂ ਅਤੁੱਟ ਕਮਾਈਆਂ ਕੀਤੀਆਂ ਜਾਣ। ਸਚਿਆਰ ਪੁਰਸ਼ ਜਿਨ੍ਹਾਂ ਦਾ ਨਿਸ਼ਾਨਾ ਪਰਮ ਪਦ ਦੀ ਪ੍ਰਾਪਤੀ ਹੈ, ਉਹ ਸਹਿਜ ਸੰਤੋਖ ਵਿੱਚ ਅਲਪ ਆਹਾਰ ਕਰਦੇ ਹਨ। ਪਰ ਕਈ ਵਿਵੇਕੀ ਸੱਜਣ ਸਰਬਲੋ ਦਾ ਆਹਾਰ ਸੰਜਮ ਰੱਖਦੇ ਹਨ, ਪਰ ਨਾ ਨਾਮ ਆਰਾਧਨ ਦੀਆਂ ਅਤੁੱਟ ਕਮਾਈਆਂ ਕਰਦੇ ਹਨ ਤੇ ਨਾ ਅੰਤਰੀਵ ਰਹਿਤ ਰੱਖਦੇ ਹਨ। ਉਹਨਾਂ ਸੰਬੰਧੀ ਭਾਈ ਸਾਹਿਬ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਕਹਿੰਦੇ ਹਨ ਕਿ ਵਿਵੇਕ ਦੇ ਇੱਕ ਪੱਖ ਕੇਵਲ ਖਾਣ ਪੀਣ ਦੇ ਸੰਜਮ ਉੱਤੇ ਜ਼ੋਰ ਦੇਣ ਵਾਲੇ ਅਤੇ ਸਿਮਰਨ ਵਿਵੇਕ ਤੋਂ ਖੁੰਝੇ ਪੁਰਸ਼ ਧੋਖੇ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਅਸਲ ਨਿਸ਼ਾਨੇ ਤੋਂ ਉੱਕ ਜਾਂਦੇ ਹਨ ਅਤੇ ਉੱਕੇ ਹੀ ਰਹਿੰਦੇ ਹਨ। ਖਾਣ ਪਾਨ ਵਿਵੇਕ ਅਸੂਲ ਦੇ ਸੰਜਮੀ ਜੇ ਇਸੇ ਸੰਜਮ ਨੂੰ ਹੀ ਪਰਮ ਧਰਮ ਸਮਝਣ ਲੱਗ ਜਾਣ, ਤਾਂ ਫਿਰ ਉਹਨਾਂ ਦੀ ਅਧੋਗਤੀ ਨੂੰ ਪ੍ਰਾਪਤ ਹੋਣ ਵਾਲੀ ਭੁੱਲ ਹੈ। ਇਸ ਦੇ ਉਲਟ ਜੇ ਕੋਈ ਇਹ ਸਮਝੇ ਕਿ ਬਿਨਾਂ ਰਹਿਤ ਮਰਿਆਦਾ ਵਿੱਚ ਸਿਮਰਨ ਕਮਾਈ ਨਾਲ ਕੁਛ ਪ੍ਰਾਪਤ ਹੋ ਜਾਏ, ਤਾਂ ਇਹ ਉਹਨਾਂ ਦੀ ਭੁੱਲ ਹੈ। ਜੇ ਤਨਕ ਮਾਤਰ ਸਿੱਧੀ ਪ੍ਰਾਪਤ ਕਰਕੇ ਰਹਿਤ ਮਰਿਆਦਾ ਛੱਡ ਬੈਠਦੇ ਹਨ, ਉਹਨਾਂ ਦੀ ਆਤਮਿਕ ਉੱਨਤੀ ਰੁਕ ਜਾਂਦੀ ਹੈ ਅਤੇ ਅਗਰ ਨਾ ਸੰਭਾਲਣ ਤਾਂ ਰਸਾਤਲ ਵੱਲ ਨੂੰ ਤੁਰ ਪੈਂਦੇ ਹਨ। ਸਿੱਟਾ ਭਾਈ ਸਾਹਿਬ ਜੀ ਇਹ ਕੱਢਦੇ ਹਨ ਕਿ ਰਹਿਤ ਰਹਿਣੀ ਦੇ ਅਸੂਲ ਪਰੇ ਤੋਂ ਪਰੇ ਹਨ ਅਤੇ ਇਹਨਾਂ ਸਰਬ ਅਸੂਲਾਂ ਦਾ ਕਮਾਉਣਾ ਗੁਰਮਤਿ ਵਿਵੇਕ ਕਰਨੀ ਅਰਥਾਤ ਗੁਰਮਤਿ ਵਿਵੇਕ ਹੈ। ਜੇਲ੍ਹ ਦੀ ਕਾਲ ਕੋਠੜੀ ਵਿੱਚ ਕਰੀਬਨ 300-400 ਗੁਰਬਾਣੀ ਦੇ ਸ਼ੁੱਧ ਹਵਾਲਿਆਂ ਦੇ ਆਧਾਰ ਉੱਤੇ ਇਤਨੇ ਵਿਸਥਾਰ ਸਹਿਤ ਪੁਸਤਕ ਲਿਖ ਦੇਣੀ ਭਾਈ ਸਾਹਿਬ ਰਣਧੀਰ ਸਿੰਘ ਜੀ ਵਰਗੀ ਜਪੀ ਤਪੀ ਤੇ ਅਨੁਭਵੀ ਪ੍ਰਕਾਸ਼ ਨਾਲ ਵਰਸਾਈ ਗੁਰਮੁਖ ਹਸਤੀ ਹੀ ਸਮਰੱਥਾ ਰੱਖ ਸਕਦੀ ਸੀ। ਅੱਜ ਦੇ ਸਮੇਂ ਜਦ ਕਿ ਰਹਿਤ ਰਹਿਣੇ ਦੀ ਕਮਜ਼ੋਰੀ ਲੀਡਰਾਂ ਤੇ ਧਾਰਮਿਕ ਆਗੂਆਂ ਤੋਂ ਲੈ ਕੇ ਜਨ ਸਧਾਰਨ ਵਿੱਚ ਆ ਗਈ ਹੈ, ਇਹ ਪੁਸਤਕ ਬੜੀ ਦ੍ਰਿੜ ਪ੍ਰੇਰਨਾ ਕਰਨ ਵਿੱਚ ਸਹਾਈ ਹੋਵੇਗੀ। ਤ੍ਰਿਲੋਚਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।